एंडोस्कोपी ओटी छां मतलब एंडोस्कोपी मतलब कि दूरबीन राही जांच ते ਇਹ ਸਾਡਾ ਹੁੰਦਾ ਸਕਰੀਨ एंडोस्कोपी स्कोपी मतलब कि ਆਪਾਂ देख रहे हाँ पेशेंट दे ਪੈਲਵਿਕ ऑर्गनस ਨੂੰ ਆਪਾਂ ਜਾਂ ਯੂਟਰਸ ਦੇ ਅੰਦਰ ਆਪਾਂ देख रहे हैं तो देखने ਲਈ ਸਾਨੂੰ जो ਆਪਾਂ कैमरे ਦੇ ਰਾਹੀਂ अंदर दूरबीन पा के देख रहे हैं वो कैमरा ਸਾਨੂੰ ਉਹ ਵਿਜ਼ਨ ਜਿਹੜੀ ਹੈਗੀ ਹੈ ਇੱਥੇ ਸਕਰੀਨ ਤੇ ਦਿਖਾਈ ਦਿੰਦੀ ਹੈ ਇੱਕ ਵੱਡੀ ਪਿਕਚਰ ਦੀ ਤਰ੍ਹਾਂ ਤਾਂ ਕਿ ਆਪਾਂ ਡਿਟੇਲ 'ਚ ਦੇਖ ਸਕੀਏ ਕਿ ਪੇਸ਼ੈਂਟ 'ਚ ਦਿੱਕਤ ਕੀ ਆ ਰਹੀ ਹੈ। ਸੋ ਕਿਹੜੇ ਪ੍ਰੋਸੈਸ ਨਾਲ ਤੁਸੀਂ ਪਹਿਲਾਂ ਚੈੱਕ ਕਰਦੇ ਹੋ ਕਿ ਉਹਨਾਂ ਨੂੰ ਇਸ ਓਟੀ ਵਿੱਚ ਆਉਣ ਦੀ ਜ਼ਰੂਰਤ ਹੈ ਜਾਂ ਨਹੀਂ ਹੈ, ਉਹਦਾ ਕੀ ਪ੍ਰੋਸੈਸ ਹੈ? पेशेंट की पहले क्लिनिकल हिस्ट्री, फिर उस तो बाद पेशेंट का एग्जामिनेशन, TVS एग्जामिनेशन और फिर पेशेंट की जरूरत पई तो आप MRI भी कराते हैं और यह सब चीज़ों तो बाद आप डायग्नोज करते हैं कि पेशेंट च प्रॉब्लम की है। हर बारी सेम केस ही आता है कि थोड़े डिफरेंट केसिस आने शुरू हो जाते हैं, जिमें कि तुहाडे कोल 10 कपल आए ने तो 10 दे विच किन्ने कपल्स ने जिन्होंने सेम केस आता है? हर एक पेशेंट च कॉज डिफरेंट होता है, बहुत अलग अलग कॉजेज होंगे हैं, कई दो पेशेंट आप सेम कैटेगरी च नहीं पा सकते। एक डॉक्टर डिसाइड करेगा कि किस पेशेंट को सर्जरी की लोड़ हैगी है तो किस पेशेंट को सर्जरी की लोड़ नहीं हैगी। सिर्फ अल्ट्रासाउंड या MRI ते फाइंडिंग आ जाना कि यह प्रॉब्लम आ रही है तो जरूरी नहीं कि उसका ट्रीटमेंट सिर्फ सर्जरी ही है। सो असी नोवा IVF हॉस्पिटल के अंदर हाँ तो हुण असीं इहनूं लैके चलते हैं एंडोस्कोपी OT दे विच, जिथे तुहानूं दिखावांगे कि जिहड़े भी कोई कपल्स आते जिन्होंने कोई इनफर्टिलिटी की कोई भी प्रॉब्लम है तो उन्हां दा किवें टैसटिंग की जाती है, किस तरीके दे नाल फस्ट स्टैप दिखाया जाता है। सो तुहानूं लैके चलते हैं अंदर जिथे कि प्रॉपर तरीके दे नाल ओह वाला प्रोसैस चलता है। सो तुहानूं असीं मिलावांगे डॉक्टर नवजोत दे नाल ਜਿਹੜੇ ਕਿ ਸਾਨੂੰ ਦੱਸਣਗੇ ਕਿ ਕਿਵੇਂ ਐਂਡੋਸਕੋਪੀ ਲੈਬ ਦੇ ਵਿੱਚ ਪੇਸ਼ੈਂਟਸ ਨੂੰ ਟੈਸਟ ਕੀਤਾ ਜਾਂਦਾ ਹੈ ਤੇ ਫਰਟੀਲਿਟੀ ਦੇ ਉੱਪਰ ਪ੍ਰੋਸੈਸ ਕੀਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। सत श्री अकाल जी। ਹੈਲੋ ਡਾਕਟਰ ਸਾਹਿਬ, ਤੁਹਾਨੂੰ ਅਸੀਂ ਡਿਸਟਰਬ ਕੀਤਾ ਵੈਸੇ, ਪਰ ਜ਼ਰੂਰੀ ਸੀ ਕਿ ਤੁਹਾਨੂੰ ਡਿਸਟਰਬ ਕੀਤਾ ਜਾਏ ਕਿਉਂਕਿ ਜ਼ਰੂਰੀ ਹੁੰਦਾ ਹੈ ਕਿ ਜਿਹੜੇ ਪੇਸ਼ੈਂਟਸ ਨੇ ਜਦੋਂ IVF ਟੈਕਨੀਕ ਦੇ ਬਾਰੇ ਸੁਣਦੇ ਨੇ ਤੇ ਉਹਨਾਂ ਨੂੰ ਕੰਫਰਟ ਲੈਵਲ ਦੇ ਵਿੱਚ ਲੈ ਕੇ ਜਾਏ। ਸੋ ਅਸੀਂ ਪ੍ਰੈਕਟੀਕਲੀ ਦੇਖਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਨਫਰਟੀਲਿਟੀ ਕਪਲਸ ਜਿਹੜੇ ਨੇ ਉਹ ਤੁਹਾਡੇ ਕੋਲ ਟੈਸਟਿੰਗ ਕਰਾਉਣ ਲਈ ਆਉਂਦੇ ਨੇ। ਇਨਫਰਟੀਲਿਟੀ ਕਪਲਸ ਜਦੋਂ ਸਾਡੇ ਕੋਲ ਆਉਂਦੇ ਹੈ ਸਭ ਤੋਂ ਪਹਿਲਾਂ ਉਹਨਾਂ ਦਾ OPD 'ਚ ਅਸੈਸਮੈਂਟ ਹੁੰਦਾ ਹੈ कि पेशेंट ਦੇ ਵਿੱਚ ਕਿਸ ਲੈਵਲ ਤੇ ਦਿੱਕਤ ਹੈਗੀ, ਵੈਦਰ ਮੇਲ ਫਰਟੀਲਿਟੀ ਇਨਫਰਟੀਲਿਟੀ ਹੈਗੀ ਹੈ ਕਿ ਫੀਮੇਲ ਇਨਫਰਟੀਲਿਟੀ ਹੈ ਜਾਂ ਫਿਰ ਦੋਨਾਂ ਦੇ ਹੀ ਕਾਰਨ ਹੈਗੇ ਆ ਉਹਦੇ 'ਚ। ਔਰ ਫਿਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੀ ਫੀਮੇਲ ਇਨਫਰਟੀਲਿਟੀ ਉਹਨੂੰ ਡਿਟੇਲ 'ਚ ਚੈੱਕ ਕੀਤਾ ਜਾਂਦਾ ਹੈ, ਮੇਲ ਇਨਫਰਟੀਲਿਟੀ ਹੋਏ ਤੇ ਉਹਨੂੰ ਵੀ ਡਿਟੇਲ 'ਚ ਚੈੱਕ ਕੀਤਾ ਜਾਂਦਾ ਹੈ। ਤੇ ਹੁਣ ਜਿਵੇਂ ਆਪਾਂ ਇੱਥੇ ਐਂਡੋਸਕੋਪੀ OT ਛਾਂ मतलब एंडोस्कोपी मतलब कि दूरबीन राही जांच, फीमेल ਦੇ इंटरनल ऑर्गनस ਦੀ दूरबीन ਰਾਹੀਂ ਜਾਂਚ ਨੂੰ ਆਪਾਂ ਐਂਡੋਸਕੋਪੀ ਕਹਿੰਦੇ ਆ। ਐਂਡੋਸਕੋਪੀ 'ਚ ਆਪਾਂ ਸਾਡੇ ਕੋਲ ਮੇਨਲੀ ਦੋ ਪ੍ਰੋਸੀਜਰਸ ਹੁੰਦੇ ਆ, ਜਿਹਦੇ 'ਚ ਇੱਕ ਹੁੰਦਾ ਹਿਸਟਰੋਸਕੋਪੀ, ਯੂਟਰਸ ਦੇ ਅੰਦਰ ਹਿਸਟਰੋਸਕੋਪ दूरबीन ਪਾ ਕੇ ਉਹਦੀ ਜਾਂਚ ਕਰਨਾ ਕਿ ਯੂਟਰਸ ਦੇ ਅੰਦਰ ਕੋਈ ਦਿੱਕਤ ਤਾਂ ਨਹੀਂ, ਕੋਈ ਪੋਲਿਪ, फाइब्रॉइड या फिर अंदर दी जिहड़ी लाइनिंग हैगी है ਉਹਦੀ कोई प्रॉब्लम या एडिशंस दी प्रॉब्लम या कोई बनावटी नुक्स ਤਾਂ नहीं हैगा, कोई प्रॉब्लम सेप्टा या होर कोई प्रॉब्लम ਤਾਂ नहीं हैगी। अच्छा डॉक्टर साहब, ਇੱਥੇ ਇਸ ਲੈਬ ਦੇ ਵਿੱਚ ਇਸ OT ਦੇ ਵਿੱਚ ਕਿਹੜੀ ਮਸ਼ੀਨਸ ਲੱਗੀਆਂ ਹੋਈਆਂ ਨੇ? ਹਾਂ, ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੀ ਹਾਂ ਇਹ 'ਚ ਮਸ਼ੀਨਸ ਕਿਹੜੀ ਹੈ ਸਾਡੀ। ਇੱਥੇ OT ਵਿੱਚ ਇਹ ਸਾਡਾ ਐਂਡੋਸਕੋਪੀ ਟਾਵਰ ਹੈਗਾ ਜਿਹਦੇ ਵਿੱਚ ਇਹ ਸਾਡਾ ਲਾਈਟ ਸੋਰਸ ਹੈਗਾ, ਹਿਸਟਰੋਮੈਟ ਹੈਗਾ ਥੱਲੇ, ਤੇ ਨਾਲ ਸਾਡਾ ਹਿਸਟਰੋਮੈਟ ਹੁੰਦਾ ਕਿ ਯੂਟਰਸ ਦੇ ਅੰਦਰ ਆਪਾਂ ਕਿੰਨਾ ਪ੍ਰੈਸ਼ਰ ਬਣਾਉਣਾ ਹੈ, ਨਾਲ ਕੌਟਰੀ ਮਸ਼ੀਨ ਹੈ ਤੇ ਇਹ ਸਾਡਾ ਹੁੰਦਾ ਸਕਰੀਨ। ਐਂਡੋਸਕੋਪੀ मतलब ਕਿ ਆਪਾਂ ਦੇਖ ਰਹੇ ਹਾਂ ਪੇਸ਼ੈਂਟ ਦੇ ਪੈਲਵਿਕ ऑर्गनस ਨੂੰ ਆਪਾਂ ਜਾਂ ਯੂਟਰਸ ਦੇ ਅੰਦਰ ਆਪਾਂ ਦੇਖ ਰਹੇ ਹਾਂ ਤੇ ਦੇਖਣ ਲਈ ਸਾਨੂੰ ਜੋ ਆਪਾਂ ਕੈਮਰੇ ਦੇ ਰਾਹੀਂ ਅੰਦਰ ਦੂਰਬੀਨ ਪਾ ਕੇ ਦੇਖ ਰਹੇ ਹਾਂ ਉਹ ਕੈਮਰਾ ਸਾਨੂੰ ਉਹ ਵਿਜ਼ਨ ਜਿਹੜੀ ਹੈਗੀ ਹੈ ਇੱਥੇ ਸਕਰੀਨ ਤੇ ਦਿਖਾਈ ਦਿੰਦੀ ਹੈ ਇੱਕ ਵੱਡੀ ਪਿਕਚਰ ਦੀ ਤਰ੍ਹਾਂ, ਤਾਂ ਕਿ ਆਪਾਂ ਡਿਟੇਲ 'ਚ ਦੇਖ ਸਕੀਏ ਕਿ ਪੇਸ਼ੈਂਟ 'ਚ ਦਿੱਕਤ ਕੀ ਆ ਰਹੀ ਹੈ। ਸੋ ਇਹ ਮੇਨ ਰਹਿੰਦਾ ਹੈ ਸਾਡਾ। ਔਰ ਇਹਦੇ ਨਾਲ ਇਹ ਹੁੰਦੀ ਹੈ ਸਾਡੀ ਐਨਸਥੀਸ਼ੀਆ ਮਸ਼ੀਨ। ਪੇਸ਼ੈਂਟ ਦਾ ਪ੍ਰੋਸੀਜਰ ਬੇਹੋਸ਼ੀ 'ਚ ਕੀਤਾ ਜਾਂਦਾ ਹੈ ਤੇ ਐਨਸਥੈਟਿਸਟ ਇਸ ਮਸ਼ੀਨ ਦੇ ਰਾਹੀਂ ਗੈਸਿਸ ਹੁੰਦੀਆਂ ਹੈ, ਸਾਰਾ ਇਹਦੇ 'ਚ ਮੋਨੀਟਰਿੰਗ ਦਾ ਸਿਸਟਮ ਹੁੰਦਾ ਹੈ ਜਿਹਦੇ ਰਾਹੀਂ ਪੇਸ਼ੈਂਟ ਨੂੰ ਬੇਹੋਸ਼ ਕੀਤਾ ਜਾਂਦਾ ਹੈ। ਇਹ ਪੇਸ਼ੈਂਟ ਦਾ ਆਪਰੇਟਿੰਗ ਟੇਬਲ ਹੁੰਦਾ ਹੈ, ਇੱਥੇ ਪੇਸ਼ੈਂਟ ਨੂੰ ਲਿਟਾ ਕੇ ਬੇਹੋਸ਼ ਕਰਕੇ ਫਿਰ ਉਹਨਾਂ ਦੀ ਦੂਰਬੀਨ ਰਾਹੀਂ ਜਾਂਚ ਕੀਤੀ ਜਾਂਦੀ ਹੈ। ਤੇ ਇੱਥੇ ਜੇ ਆਪਾਂ ਇੱਧਰ ਚੱਲਾਂਗੇ, ਇੱਥੇ ਸਾਡੇ ਲੈਪਰੋਸਕੋਪੀ ਜਾਂ ਹਿਸਟਰੋਸਕੋਪੀ ਦੇ ਇੰਸਟਰੂਮੈਂਟਸ ਹੈ ਜੋ ਕਿ ਚੈਂਬਰ ਦੇ ਵਿਚਕਾਰ ਰੱਖੇ ਗਏ ਹੈ। ਇਹ ਇੰਸਟਰੂਮੈਂਟਸ ਬਹੁਤ ਹੀ ਛੋਟੇ ਮਾਈਨਿਊਟ ਹੁੰਦੇ ਹੈ
ਜਿਹੜੇ ਕਿ ਪੇਸ਼ੈਂਟ ਦੇ ਅੰਦਰ ਜਾਂਦੇ ਹੈ ਔਰ ਇਹ ਇੰਸਟਰੂਮੈਂਟਸ ਦੇ ਰਾਹੀਂ ਇਹਦੇ 'ਚ ਕੈਮਰਾ ਹੁੰਦਾ ਹੈ, ਮੈਨੀਪੂਲੇਟਿੰਗ ਇੰਸਟਰੂਮੈਂਟਸ ਹੁੰਦੇ ਹੈ, ਇਹ ਸਾਰੇ ਇੰਸਟਰੂਮੈਂਟਸ ਦੇ ਰਾਹੀਂ ਸਾਨੂੰ ਸਕਰੀਨ ਤੇ ਫੋਟੋ ਦਿਖਾਈ ਦਿੰਦੀ ਹੈ ਕੈਮਰਾ ਰਾਹੀਂ, ਤੇ ਇਹ ਇੰਸਟਰੂਮੈਂਟ ਦੇ ਰਾਹੀਂ ਅੰਦਰ ਅਸੀਂ ਆਪਰੇਟ ਕਰਦੇ ਹਾਂ। ਇਹ ਇਸ ਟਾਈਮ ਸਟਰਲਾਈਜ਼ ਚੈਂਬਰ 'ਚ ਰੱਖੇ ਗਏ ਹੈ, ਤਾਂ ਇਹਦੇ ਵਿੱਚ ਜਿਹੜੇ ਇੰਸਟਰੂਮੈਂਟਸ ਹੈ ਦੋਨੋਂ ਸਟਰਲਾਈਜ਼ਡ ਹੈਗੇ ਹੈ, ਮਤਲਬ ਕਿ ਕੋਈ ਬੈਕਟੀਰੀਆ ਕੋਈ ਵਾਇਰਸ ਵਗੈਰਾ ਇਹਨਾਂ 'ਚ ਨਹੀਂ ਹੈ, ਤੇ ਇਹਦੇ 'ਚੋਂ ਹੀ ਆਪਾਂ ਸਟਰਲਾਈਜ਼ਡ ਕੰਡੀਸ਼ਨ 'ਚੋਂ ਹੀ ਇਹ ਇੰਸਟਰੂਮੈਂਟ ਕੱਢਦੇ ਹਾਂ, ਫਿਰ ਪੇਸ਼ੈਂਟ ਤੇ ਯੂਜ਼ ਹੁੰਦੇ ਹੈ ਇੰਸਟਰੂਮੈਂਟ। ਡਾਕਟਰ ਸਾਹਿਬ ਤੁਸੀਂ ਮੈਨੂੰ ਮਸ਼ੀਨਸ ਤੇ ਦਿਖਾਈਆਂ, ਲੇਕਿਨ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਪੇਸ਼ੈਂਟਸ ਹੁੰਦੇ ਆ ਉਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਇਹਨਾਂ ਮਸ਼ੀਨਸ ਦੀ, ਸੋ ਕਿਹੜੇ ਕਿਹੜੇ ਪ੍ਰੋਸੈਸ ਨਾਲ ਤੁਸੀਂ ਪਹਿਲਾਂ ਚੈੱਕ ਕਰਦੇ ਹੋ ਕਿ ਉਹਨਾਂ ਨੂੰ ਇਸ OT ਵਿੱਚ ਆਉਣ ਦੀ ਜ਼ਰੂਰਤ ਹੈ ਜਾਂ ਨਹੀਂ ਹੈ, ਉਹਦਾ ਕੀ ਪ੍ਰੋਸੈਸ ਹੈ? ਸਭ ਤੋਂ ਪਹਿਲਾਂ ਪੇਸ਼ੈਂਟ ਦੀ ਕਲੀਨਿਕਲ ਹਿਸਟਰੀ ਜੇ ਪੇਸ਼ੈਂਟ ਇਸ ਤਰ੍ਹਾਂ ਦੇ ਸਾਨੂੰ ਹਿਸਟਰੀ ਦੇ ਰਿਹਾ, ਦੱਸ ਰਿਹਾ ਕਿ ਪੇਸ਼ੈਂਟ ਨੂੰ ਜ਼ਿਆਦਾ ਬਲੀਡਿੰਗ ਦੀ ਦਿੱਕਤ ਹੈਗੀ ਹੈ ਜਾਂ ਪੇਸ਼ੈਂਟ ਨੂੰ ਭਾਰ ਦੀ ਮਹਿਸੂਸ ਹੁੰਦਾ ਹੈ, ਇਹ ਬੱਚਾ ਨਹੀਂ ਹੋ ਰਿਹਾ, ਤਾਂ ਸਭ ਤੋਂ ਫੋਰਮੋਸਟ ਜਿਹੜਾ ਪੇਸ਼ੈਂਟ ਦਾ ਸਭ ਤੋਂ ਪਹਿਲਾਂ ਜਿਹੜਾ ਮਹਿਲਾ ਦਾ ਟੈਸਟ ਹੁੰਦਾ ਇੱਕ ਟਰਾਂਸਵੈਜਾਈਨਲ ਅਲਟਰਾਸਾਊਂਡ, ਜਿਸ 'ਚ ਸਾਨੂੰ ਬਹੁਤ ਸਾਰੀ ਪੈਲਵਿਕ ਐਬਨੋਰਮੈਲਿਟੀਜ਼ ਜਾਂ ਜਿੰਨੇ ਵੀ ਫੀਮੇਲ ਜਨਾਨਾ ਅੰਗ ਹੈਗੇ ਉਹਨਾਂ ਦੀ ਐਬਨੋਰਮੈਲਿਟੀਜ਼, ਜਿਵੇਂ ਕਿ ਓਵਰੀਜ਼ ਦੇ ਵਿੱਚ ਸਿਸਟ, ਐਂਡੋਮੈਟ੍ਰੀਓਟਿਕ ਸਿਸਟ, ਡਰਮੋਇਡ ਸਿਸਟ ਜਾਂ ਫਿਰ ਕੋਈ ਵੱਡੀ ਕਲੀਅਰ ਸਿਸਟ, ਇਹ ਸਭ ਸਾਨੂੰ ਪਤਾ ਲੱਗਦੇ ਹੈ। ਔਰ ਪੇਸ਼ੈਂਟ ਦੇ ਯੂਟਰਸ ਦੇ ਅੰਦਰ ਫਾਈਬਰੋਇਡ, ਪੋਲਿਪ ਜਾਂ ਕੋਈ ਸੈਪਟਾ, ਜਾਂ ਫਿਰ ਪੇਸ਼ੈਂਟ ਦੇ ਅੰਦਰ ਯੂਟਰਸ ਦੇ ਅੰਦਰ ਐਡੀਸ਼ਨਸ ਬਣੇ ਹੋਏ ਹੈ ਜਿਸ ਦਾ ਕਾਰਨ TB ਹੋ ਸਕਦਾ ਹੈ, ਜਾਂ ਪਹਿਲਾਂ ਕਦੀ DNC ਹੋਈ ਹੈ ਤਾਂ ਪੇਸ਼ੈਂਟ ਦੇ ਅੰਦਰ ਐਡੀਸ਼ਨਸ ਬਣ ਜਾਂਦੇ, ਇਸ ਕਾਰਨ ਉਹਨੂੰ ਪੀਰੀਅਡਸ ਘੱਟ ਆਉਂਦੇ ਹੈ। ਸੋ ਪੇਸ਼ੈਂਟ ਦੀ ਪਹਿਲਾਂ ਕਲੀਨਿਕਲ ਹਿਸਟਰੀ, ਫਿਰ ਉਸ ਤੋਂ ਬਾਅਦ ਪੇਸ਼ੈਂਟ ਦਾ ਐਗਜ਼ਾਮੀਨੇਸ਼ਨ, TVS ਐਗਜ਼ਾਮੀਨੇਸ਼ਨ, ਔਰ ਫਿਰ ਪੇਸ਼ੈਂਟ ਦੀ ਜ਼ਰੂਰਤ ਪਈ ਤੇ ਆਪਾਂ MRI ਵੀ ਕਰਾਉਂਦੇ ਹਾਂ। ਔਰ ਇਹ ਸਭ ਚੀਜ਼ਾਂ ਤੋਂ ਬਾਅਦ ਆਪਾਂ ਡਾਇਗਨੋਸ ਕਰਦੇ ਹਾਂ ਕਿ ਪੇਸ਼ੈਂਟ 'ਚ ਪ੍ਰੋਬਲਮ ਕੀ ਹੈ। ਜੇ ਪੇਸ਼ੈਂਟ 'ਚ ਓਵੇਰੀਅਨ ਸਿਸਟ ਹੈ ਜਾਂ ਟਿਊਬਾਂ 'ਚ ਪਾਣੀ ਭਰਿਆ ਹੋਇਆ ਹੈ, ਟਿਊਬਾਂ ਖਰਾਬ ਹੈਗੀਆਂ, ਤੇ ਉਹਦੇ ਲਈ ਆਪਾਂ ਲੈਪਰੋਸਕੋਪੀ ਯੂਜ਼ ਕਰਦੇ ਹਾਂ। ਅੱਛਾ ਡਾਕਟਰ ਸਾਹਿਬ, ਹਰ ਵਾਰੀ ਸੇਮ ਕੇਸ ਹੀ ਆਉਂਦਾ ਹੈ ਕਿ ਥੋੜ੍ਹੇ ਡਿਫਰੈਂਟ ਕੇਸਿਸ ਆਉਣੇ ਸ਼ੁਰੂ ਹੋ ਜਾਂਦੇ, ਜਿਵੇਂ ਕਿ ਤੁਹਾਡੇ ਕੋਲ 10 ਕਪਲ ਆਏ ਨੇ ਤੇ 10 ਦੇ ਵਿੱਚ ਕਿੰਨੇ ਕਪਲਸ ਨੇ ਜਿਨ੍ਹਾਂ ਨੂੰ ਸੇਮ ਕੇਸ ਆਉਂਦਾ ਹੈ? ਹਰ ਇੱਕ ਪੇਸ਼ੈਂਟ 'ਚ ਕਾਜ਼ ਡਿਫਰੈਂਟ ਹੁੰਦਾ ਹੈ, ਬਹੁਤ ਅਲੱਗ-ਅਲੱਗ ਕਾਜ਼ਜ਼ ਹੁੰਦੇ ਹੈ। ਕਈ ਦੋ ਪੇਸ਼ੈਂਟ ਨੂੰ ਆਪਾਂ ਸੇਮ ਕੈਟੇਗਰੀ 'ਚ ਨਹੀਂ ਪਾ ਸਕਦੇ, ਕਈ ਵਾਰੀ ਕੰਬੀਨੇਸ਼ਨ ਹੁੰਦੇ, ਕਿਸੇ ਪੇਸ਼ੈਂਟ 'ਚ ਓਵੇਰੀਅਨ ਸਿਸਟ ਹੈ ਨਾਲ ਯੂਟਰਸ ਦੇ ਅੰਦਰ ਸਬ ਮਿਊਕਸ ਫਾਈਬਰੋਇਡ ਹੈ, ਮਤਲਬ ਲਾਈਨਿੰਗ ਦੇ ਅੰਦਰ ਫਾਈਬਰੋਇਡ ਹੈ, ਐਸੇ ਪੇਸ਼ੈਂਟ 'ਚ ਲੈਪਰੋਸਕੋਪੀ ਔਰ ਹਿਸਟਰੋਸਕੋਪੀ ਦੋਨੋਂ ਕੀਤੀ ਜਾਂਦੀ ਹੈ। ਔਰ ਕਈ ਪੇਸ਼ੈਂਟ ਹੈ ਜਿਨ੍ਹਾਂ 'ਚ ਸਿਰਫ ਯੂਟਰਸ ਦੇ ਅੰਦਰ ਪ੍ਰੋਬਲਮ ਹੈ, ਯੂਟਰਸ ਦੇ ਅੰਦਰ ਫਾਈਬਰੋਇਡ ਹੈ ਜਾਂ ਪੋਲਿਪ ਹੈ, ਐਸੇ ਪੇਸ਼ੈਂਟ 'ਚ ਹਿਸਟਰੋਸਕੋਪੀ ਕੀਤੀ ਜਾਂਦੀ ਹੈ, ਮਤਲਬ ਕਿ ਦੂਰਬੀਨ ਸਾਡੀ ਯੂਟਰਸ ਦੇ ਅੰਦਰ ਪਾਈ ਜਾਂਦੀ ਹੈ। ਹੁਣ ਆਪਾਂ ਗੱਲ ਕਰਾਂਗੇ ਕਿ ਹਿਸਟਰੋਸਕੋਪੀ ਕੀ ਹੁੰਦੀ ਹੈ। ਹਿਸਟਰੋਸਕੋਪੀ 'ਚ ਜੇ ਆਪਾਂ ਇੱਧਰ ਇੰਸਟਰੂਮੈਂਟ ਬਾਰੇ ਗੱਲ ਕਰੀਏ, ਮੈਂ ਇੱਕ ਵਾਰੀ ਤੁਹਾਨੂੰ ਇੰਸਟਰੂਮੈਂਟ ਦਿਖਾ ਦਿੰਦੀ ਹਾਂ ਇਹਨਾਂ ਦੇ। ਹਿਸਟਰੋਸਕੋਪੀ 'ਚ ਇਹ ਇੱਕ ਇੰਸਟਰੂਮੈਂਟ ਹੁੰਦਾ ਹੈ ਹਿਸਟਰੋਸਕੋਪ, ਇਹਨੂੰ ਆਪਾਂ ਪੇਸ਼ੈਂਟ ਦੇ ਯੂਟਰਸ ਦੇ ਅੰਦਰ ਪਾਉਂਦੇ ਹਾਂ, ਬਹੁਤ ਹੀ ਪਤਲਾ ਹੁੰਦਾ ਹੈ, ਬਹੁਤ ਹੀ ਮਤਲਬ ਇਹ ਪੇਸ਼ੈਂਟ ਦੇ ਸਰਵਿਕਸ ਬੱਚੇਦਾਨੀ ਦੇ ਮੂੰਹ ਦੇ ਰਾਹੀਂ ਯੂਟਰਸ ਦੇ ਅੰਦਰ ਜਾਂਦਾ ਹੈ, ਦੇ ਅੱਗੇ ਲਾਈਟ ਸੋਰਸ ਹੁੰਦਾ ਹੈ, ਕੈਮਰਾ ਹੁੰਦਾ ਹੈ, ਕੈਮਰਾ ਉੱਤੇ ਅਟੈਚ ਹੁੰਦਾ ਹੈ ਤੇ ਇਹ ਪੇਸ਼ੈਂਟ ਦੇ ਅੰਦਰ ਪਾ ਕੇ ਔਰ ਫਿਰ ਇਹ 'ਚ ਕੋਈ ਚੀਰਾ ਟਾਂਕਾ ਨਹੀਂ ਇਸਤੇਮਾਲ ਹੁੰਦਾ, ਤੇ ਇਹ ਪੇਸ਼ੈਂਟ ਦਾ ਆਪਾਂ ਪੂਰਾ ਵਿਊ ਆਪਾਂ ਉਸ ਸਕਰੀਨ ਤੇ ਦੇਖ ਸਕਦੇ ਹਾਂ ਜਿਹੜਾ ਮੈਂ ਤੁਹਾਨੂੰ ਦਿਖਾਇਆ ਹੈ। ਤੇ ਕੋਈ ਵੀ ਦਿੱਕਤ ਹੈਗੀ ਹੈ ਤੇ ਉਹਦੇ ਲਈ ਸਾਡੇ ਕੋਲ ਸੀਜ਼ਰਸ ਹੁੰਦੀ ਹੈ, ਇਹ ਹਿਸਟਰੋਸਕੋਪਿਕ ਸੀਜ਼ਰਸ ਹੈ, ਦੇਖਣ 'ਚ ਬਹੁਤ ਛੋਟੀ ਹੈ ਤੇ ਇਹ 5 mm ਸੀਜ਼ਰਸ ਹੈ। ਇਹ ਜਿਹੜੀ ਹੈਗੀ ਹੈ ਇਹਦੇ ਰਾਹੀਂ ਆਪਾਂ ਉਸ ਨੂੰ ਕੱਟ ਕੇ ਰਿਮੂਵ ਕਰਕੇ ਬਾਹਰ ਕੱਢ ਸਕਦੇ ਹਾਂ, ਤੇ ਇਹਦੇ ਨਾਲ ਗ੍ਰੈਸਪਰਸ ਵੀ ਹੈਗੇ ਆ ਜਿਹਦੇ ਨਾਲ ਆਪਾਂ ਉਸ ਫਾਈਬਰੋਇਡ ਨੂੰ ਕੱਢ ਕੇ ਆਪਾਂ ਫਾਈਬਰੋਇਡ ਨੂੰ ਫੜ ਕੇ ਬਾਹਰ ਕੱਢ ਸਕਦੇ ਹਾਂ। ਸੋ ਇਹ ਇੱਕ ਹਿਸਟਰੋਸਕੋਪੀ ਦਾ ਪ੍ਰੋਸੀਜਰ ਹੈ। ਤੇ ਲੈਪਰੋਸਕੋਪੀ ਪ੍ਰੋਸੀਜਰ ਲਈ ਪੇਸ਼ੈਂਟ ਦੇ ਢਿੱਡ ਦੇ ਉੱਤੇ ਇੱਕ ਟਾਂਕਾ ਇਸਤੇਮਾਲ ਹੁੰਦਾ ਹੈ, ਦੂਰ 3 ਟਾਂਕੇ ਇਸਤੇਮਾਲ ਹੁੰਦੇ ਹੈ, ਤੇ ਉਸ ਦੇ ਰਾਹੀਂ ਅੰਦਰ ਦੂਰਬੀਨ ਪਾਈ ਜਾਂਦੀ ਹੈ। ਕੋਈ ਓਵੇਰੀਅਨ ਸਿਸਟ ਹੈ ਜਾਂ ਫਿਰ ਪੈਲਵਿਕ ਐਡੀਸ਼ਨਸ ਹੈ ਜਾਂ ਫਿਰ ਅਸੀਂ ਟਿਊਬਾਂ ਨੂੰ ਚੈੱਕ ਕਰਨਾ ਹੈ ਜਾਂ ਟਿਊਬਾਂ ਨੂੰ ਕੱਢਣਾ ਹੈਗਾ ਜਾਂ ਕੋਈ ਯੂਟਰਸ ਦੇ ਬਾਹਰਲੇ ਪਾਸੇ ਨੂੰ ਫਾਈਬਰੋਇਡ ਹੈਗਾ ਜਾਂ ਇੰਟਰਾਮਿਊਰਲ ਫਾਈਬਰੋਇਡ ਹੈ, ਉਹਨਾਂ ਨੂੰ ਆਪਾਂ ਲੈਪਰੋਸਕੋਪੀ ਦੇ ਰਾਹੀਂ ਕੱਢਦੇ ਹਾਂ। ਓਕੇ ਡਾਕਟਰ ਸਾਹਿਬ, ਮੈਂ ਚਾਹਾਂਗੀ ਕਿ ਤੁਸੀਂ ਇੱਕ ਵਾਰੀ ਕੋਈ ਮੈਸੇਜ ਵੀ ਦਿਓ ਕਪਲਸ ਨੂੰ, ਕਿਉਂਕਿ ਬੜਾ ਜ਼ਰੂਰੀ ਹੁੰਦਾ ਕਿ ਅਗਰ ਕੋਈ ਇਹੋ ਜਿਹੀ ਟੈਕਨੀਕ ਆਈ ਹੈ ਤੇ ਹਰ ਇੱਕ ਨੂੰ ਪਤਾ ਲੱਗਣਾ ਚਾਹੀਦਾ ਕਿ ਅਗਰ ਕੋਈ ਪ੍ਰੋਬਲਮ ਹੈ ਤਾਂ ਉਹਦੇ ਵਾਸਤੇ ਕੋਈ ਨਾ ਕੋਈ ਟੈਕਨੀਕ ਵੀ ਆ ਚੁੱਕੀ ਹੈ। ਮੈਂ ਕਪਲਸ ਨੂੰ ਇਹ ਦੱਸਣਾ ਚਾਹਾਂਗੀ ਕਿ ਜਦੋਂ ਇਨਫਰਟੀਲਿਟੀ ਤੁਸੀਂ ਅਸੈਸਮੈਂਟ ਲਈ ਸਾਡੇ ਕੋਲ ਆਉਂਦੇ ਹੋ ਤਾਂ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਯੂਟਰਸ 'ਚ ਫਾਈਬਰੋਇਡ ਹੈ ਜਾਂ ਪੋਲਿਪ ਹੈ ਜਾਂ ਫਿਰ ਓਵਰੀ 'ਚ ਸਿਸਟ ਹੈ, ਤੇ ਸਭ ਤੋਂ ਪਹਿਲਾਂ ਡਾਕਟਰ ਨੂੰ ਡਿਸਾਈਡ ਕਰਨ ਦਿਓ ਕਿ ਉਸ ਨੂੰ ਆਪਰੇਸ਼ਨ ਦੀ ਲੋੜ ਹੈਗੀ ਕਿ ਨਹੀਂ।
ਕਈ ਵਾਰੀ ਐਸਾ ਹੁੰਦਾ ਹੈ ਕਿ ਛੋਟੇ ਫਾਈਬਰੋਇਡ ਜਾਂ ਫਿਰ ਜਿਹੜੀ ਫੋਲੀਕੂਲਰ ਸਿਸਟ ਹੈ ਜਾਂ ਫਿਰ ਕੋਈ ਛੋਟੀ ਐਂਡੋਮੈਟ੍ਰਿਓਟਿਕ ਸਿਸਟ ਹੈ, ਉਹਨੂੰ ਕੱਢਣ ਦੀ ਲੋੜ ਨਹੀਂ ਹੈ। ਉਹਦੇ ਲਈ ਅਨਨੈਸੈਸਰੀ ਸਰਜਰੀ ਨਹੀਂ ਕਰਨੀ। ਇੱਕ ਡਾਕਟਰ ਡਿਸਾਈਡ ਕਰੇਗਾ ਕਿ ਕਿਸ ਪੇਸ਼ੈਂਟ ਨੂੰ ਸਰਜਰੀ ਦੀ ਲੋੜ ਹੈਗੀ ਹੈ ਤੇ ਕਿਸ ਪੇਸ਼ੈਂਟ ਨੂੰ ਸਰਜਰੀ ਦੀ ਲੋੜ ਨਹੀਂ ਹੈਗੀ। ਸਿਰਫ ਅਲਟਰਾਸਾਊਂਡ ਜਾਂ MRI ਤੇ ਫਾਈਂਡਿੰਗ ਆ ਜਾਣਾ ਕਿ ਇਹ ਪ੍ਰੋਬਲਮ ਆ ਰਹੀ ਹੈ ਤਾਂ ਜ਼ਰੂਰੀ ਨਹੀਂ ਕਿ ਉਹਦਾ ਟ੍ਰੀਟਮੈਂਟ ਸਿਰਫ ਸਰਜਰੀ ਹੀ ਹੈ। ਸੋ ਸਰਜਰੀ ਦੀ ਇੰਡੀਕੇਸ਼ਨ ਕਿ ਇਸ 'ਚ ਸੱਚੀ ਹੀ ਸਰਜਰੀ ਦੀ ਲੋੜ ਹੈਗੀ ਹੈ, ਇਹ ਡਾਕਟਰ ਨੂੰ ਡਿਸਾਈਡ ਕਰਨ ਦਿਓ ਤੇ ਤੁਹਾਨੂੰ ਇਨਫੋਰਮ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਸਰਜਰੀ ਦਾ ਡਿਸੀਜਨ ਲਿੱਤਾ ਜਾਏਗਾ। ਔਰ ਜਿਹੜੀ ਬਟਨ ਹੋਲ ਸਰਜਰੀਜ਼ ਹੈ, ਲੈਪਰੋਸਕੋਪਿਕ ਸਰਜਰੀਜ਼ ਜਾਂ ਹਿਸਟਰੋਸਕੋਪਿਕ ਸਰਜਰੀਜ਼, ਇਹ ਇੱਕ ਡੇ ਕੇਅਰ ਪ੍ਰੋਸੀਜਰ ਦੀ ਤਰ੍ਹਾਂ ਕੀਤੀ ਜਾਂਦੀ ਹੈ ਜਿਸ 'ਚ ਪੇਸ਼ੈਂਟ ਨੂੰ ਪੇਨ ਬਹੁਤ ਘੱਟ ਹੁੰਦੀ ਹੈ, ਪੇਸ਼ੈਂਟ ਸੇਮ ਡੇ ਘਰ ਜਾ ਸਕਦਾ ਹੈ ਔਰ ਇਸ ਸਰਜਰੀਜ਼ ਤੋਂ ਬਾਅਦ ਪੇਸ਼ੈਂਟ ਨੈਕਸਟ ਡੇ ਤੋਂ ਆਪਣਾ ਰੂਟੀਨ ਕੰਮ ਸ਼ੁਰੂ ਕਰ ਸਕਦਾ ਹੈ। ਤੇ ਇਸ ਕਰਕੇ ਅਸੀਂ ਬਟਨ ਹੋਲ ਸਰਜਰੀਜ਼ ਤੋਂ ਘਬਰਾਉਣਾ ਨਹੀਂ ਹੈ। ਜੇ ਤੁਹਾਨੂੰ ਐਕਚੁਅਲੀ ਲੋੜ ਹੈਗੀ ਹੈ then you should definitely go for this surgery ਤਾਂ ਕਿ ਤੁਸੀਂ ਅੱਗੇ ਬੈਟਰ ਰਿਜ਼ਲਟਸ ਪਾ ਸਕੋ। ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਟਾਈਮ ਲਿੱਤਾ। ਸੋ ਨੋਵਾ IVF ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਹੈ ਉਹ ਇੱਥੇ ਕੀਤਾ ਜਾਂਦਾ ਹੈ ਤਾਂ ਜੋ ਤੁਹਾਨੂੰ ਜਿਹੜੀ ਇਨਫਰਟੀਲਿਟੀ ਜਗ੍ਹਾ ਦੇ ਉੱਪਰ ਤੁਹਾਨੂੰ ਇੱਕ ਅੱਛਾ ਮੌਕਾ ਮਿਲੇ ਕਿ ਆਉਣ ਵਾਲੇ ਸਮੇਂ ਤੁਸੀਂ ਮਾਪਾ ਬਣ ਸਕੋ। ਕੈਮਰਾ ਪਰਸਨ ਬਨੀ ਦੇ ਨਾਲ ਰਾਮਪ੍ਰੀਤ ਕੌਰ, PTC ਨਿਊਜ਼, ਚੰਡੀਗੜ੍ਹ।